किसान आगू रुल्लू सिंह मानसा जिन्होंने दसिया कि किसान अंदोलन है करो 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 संसद का साडा बहुत वधिया रहा शांतमई साडे लीडर ने चलाया ਜਿਹੜੇ ਅਸੀਂ 4-5 लीडर आए ਅਸੀਂ बाहर बैठे हैं तो बहुत वधिया ਚੱਲੇਗਾ लंगर गुरुद्वारा कमेटी लेके आई है लंगर चाह का प्रबंध उन्होंने कराया संगत मोर्चे वालों उन्होंने ਅਸੀਂ धन्यवाद करते हैं कि जिन्हों ने किहड़ी संस्था चलूगा उन्होंने तक साडा बाहर फर्क चलूगा वो साडा 200 किसान आया वो 4-5 लीडर आया करके मतलब हाँ बन गई ਉਹਦੇ ਸਾਈਨ ਜਿਹੜੇ ਬੰਦੇ ਨੇ ਕਰਨੇ ਨੇ ਉਹ ਅਸੀਂ ਮਤਲਬ ਰਾਜਿਆਂ ਨੂੰ ਦੱਸੂਗਾ ਅੱਜ ਰਾਜਿਆਂ ਦੇ ਸਾਈਨ ਹੋਣੇ ਰਾਜਿਆਂ ਉਸ ਬੰਦੇ ਨੂੰ ਇਕੱਲੇ ਨੂੰ ਦੱਸੂਗਾ ਕਿ ਕੱਲ੍ਹ ਨੂੰ ਤੇਰੇ ਸਾਈਨ ਹੋਣੇ ਉਹ ਨਹੀਂ ਕਰਾਂਗੇ ਉਹ ਕੱਲੇ ਨੂੰ ਫੋਨ ਕੀਤਾ ਜਾਊਗਾ ਤੂੰ ਸਾਈਨ ਕਰੇਗਾ ਉਹ ਨਹੀਂ ਹੋਊਗਾ विरोधी नेता मेरा ख्याल बनाया नहीं कल मुड़वावे 5-4 बंदे विरोधी नेता बनाया करो कल नूं बनावांगे जिहड़े कहांगे पूरी राय देवांगे मोदी भी बनाया जाएगा कोई हाँ जी मोदी भी बनाया जाएगा वो यह जे भैड़े बंदे का कल असीं बंदे का नाम लड़ेगा बंदे का घटिया जिहड़ा देश की गल नहीं मान रहा असीं विरोधी बनावांगे जिहड़े मतलब बनाने चाहिए ने जिहड़े कहण समूह ठीक ने सामने वाले कहण गलत ने फिर बहस ਬਾਪੂ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਸਾਰੇ ਪ੍ਰੋਗਰਾਮ ਨੂੰ 1 ਮਿੰਟ ਦੇ ਵਿੱਚ ਦੱਸ ਦਿਓ ਪ੍ਰੋਗਰਾਮ ਅੱਜ ਬਹੁਤ ਵਧੀਆ ਹੋਇਆ ਤੇ 200 ਦੇ ਘੱਟੋ ਘੱਟ ਸੰਸਦ ਮੈਂਬਰ ਆਇਆਗਾ ਤੇ ਗੱਲ ਵਧੀਆ ਦੋ ਹੋ ਗਿਆ ਕਿ ਇੱਥੇ ਬਾਹਰ ਸੰਸਦ ਚੱਲ ਗਈ ਇੱਕ ਜਿਹੜਾ ਅੰਦਰ ਆਪਾਂ ਵਿਰੋਧੀ ਪਾਰਟੀਆਂ ਤੋਂ ਵਿਰੋਧ ਕਰਾਉਣਾ ਸਾਰਿਆਂ ਨੂੰ ਗੱਲ ਉਹ ਵਧੀਆ ਅੱਜ ਉਹ ਪਾਰਟੀਆਂ ਸਾਰੀਆਂ ਇਕਜੁੱਟ ਤੇ ਨੇਗੀਆਂ ਜਦ ਕਿ ਮੋਦੀ ਨੂੰ ਬੋਲਣ ਨਹੀਂ ਦੇ ਰਹੇ ਉਹਦੇ ਮਤਲਬ ਖਿਲਾਫ ਬੋਲਦੇ ਨੇ ਮੋਦੀ ਹਜੇ ਤੱਕ ਬੋਲ ਨਹੀਂ ਸਕਿਆ ਤੇ ਬੋਲਣ ਵੀ ਉਹ ਦੇਣਗੇ ਜੇ ਉਹ ਨਾ ਉੱਥੇ ਲੜਨਗੇ ਫਿਰ ਜਿਹੜਾ ਹਾਲ ਭਾਰਤੀ ਜਨਤਾ ਪਾਰਟੀ ਦਾ ਕਰਾਂਗੇ ਵਿਰੋਧੀਆਂ ਦਾ ਕਰਾਂਗੇ ਧੰਨਵਾਦ ਸਨ ਬਾਪੂ ਰੁੱਲੂ ਸਿੰਘ ਮਾਨਸਾ ਜੀ कैंसल नहीं की सो इस करके ये बीजेपी का विरोध इस करके दब के हो रहा कि ये बिल्कुल कैंसल इन्होंने कर सकते सी अपनी संसद हम तां ही लगाई है कि इन्हों की संसद जी है ਉਹਦੇ ਵਿੱਚ ਆਪਣੀ ਸੰਸਦ ਦੇ ਵਿੱਚ ਇਹਦੇ ਵਿਚਾਰ ਤੁਸੀਂ ਦੇਖੋ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਇੰਗਲੈਂਡ ਦੀ ਸੰਸਦ ਦੇ ਵਿੱਚ ਆ ਜਿਹੜਾ ਅੰਦੋਲਨ ਕਿਸਾਨਾਂ ਦਾ ਉਹਦੇ ਬਾਰੇ ਚਰਚਾ ਹੋ ਰਹੀ ਹੈ ਪਰ ਭਾਰਤ ਦੀ ਸੰਸਦ ਦੇ ਵਿੱਚ ਭਾਰਤ ਦਾ ਕਿਸਾਨ ਬੈਠਾ ਉਹਦੀ ਚਰਚਾ ਕਿਸਾਨਾਂ ਨੂੰ ਜਿਹੜੇ ਵਿਰੋਧ ਕਰ ਰਹੇ ਨੇ ਸਾਰਾ ਅੱਜ ਪੂਰਾ ਪਾਸੇ ਮਰਜ਼ੀ ਕੰਮ ਹੋ ਰਿਹਾ ਬੀਜੇਪੀ ਦੇ ਖਿਲਾਫ ਇਹ ਤਾਂ ਲੋਕਾਂ ਨੂੰ ਬਿਲਕੁਲ ਗੁੰਮਰਾਹ ਕਰ ਰਹੇ ਨੇ ਕਿ ਇਹਨਾਂ ਦੇ ਨਾਂ ਤੇ ਕਾਨੂੰਨਾਂ ਦੇ ਨਾਂ ਤੇ ਕਾਨੂੰਨ ਨੂੰ ਰਿਪੀਟ ਕਰਦਾ ਅਸੀਂ ਅੱਜ ਚਲੇ ਜਾਣਾ ਵਾਪਸ ਕੋਈ ਬੀਜੇਪੀ ਦਾ ਵਿਰੋਧ ਨਹੀਂ ਹੋਣਾ ਤਾਂ ਫਿਰ ਪਤਾ ਲੱਗ ਜੂ ਪਿਛੜਾ ਤੱਕ ਕਮਾਈ ਰਹੇ ਨੇ ਸੋਧਾ ਕਰਨ ਨੂੰ ਤਿਆਰ ਨੇ ਅਸੀਂ ਮੰਗਿਆ ਹੀ ਨਹੀਂ ਸੋਧਾ ਕਾਦੀ ਜਿਹੜੀ ਚੀਜ਼ ਸਾਡੇ ਹਿੱਤ ਬਣਾਉਣ ਲੈ ਕੇ ਸਾਡਾ ਵਾਸਤੇ ਜਿਹੜੀ ਚੀਜ਼ ਮੰਗੀ ਨਹੀਂ ਗਈ ਅਸੀਂ ਕਹਿੰਦੇ ਸਾਡੇ ਲਈ ਬਹੁਤ ਸਮਾਨ ਹੈ ਭਾਈ ਤੁਸੀਂ ਸਾਡੇ ਲਈ ਲੈ ਕੇ ਆ ਰਹੇ ਅੱਜ ਕੋਹਾਂ ਨੂੰ ਪੈ ਹੈ ਨਾ ਖੜ ਕੇ ਬੱਸਾਂ ਤਲਾਸ਼ੀ ਲਈ ਹੈ ਨਾ ਇਹ ਬੱਸਾਂ ਜਿਹੜੇ ਬੰਬ ਲੈ ਕੇ ਜਾ ਰਹੇ ਨੇ ਇਹਨਾਂ ਵਾਸਤੇ ਤੇ ਫਿਰ ਜੇ ਇਹਨਾਂ ਨੂੰ ਮੌਤ ਨਾ ਡਾਲੇ ਤੇ ਸਾਡੇ ਤਾਂ ਪ੍ਰਮਾਣ ਮੰਨਗੇ ਸਾਡੀ ਖੇਤੀ ਚਲੀ ਜਾਵੇਗੀ ਤਾਂ ਫਿਰ ਸਾਨੂੰ ਭੈ ਨਹੀਂ ਸਾਨੂੰ ਡਰ ਨਹੀਂ ਇਸ ਕਰਕੇ ਅਸੀਂ ਕਹਿੰਦੇ ਹਾਂ ਸੋਧਾਂ ਨਹੀਂ ਚਾਹੀਦੀਆਂ ਜਿੱਦਾਂ ਇਹ ਕਹਿੰਦੇ ਬਸ ਕੁਝ ਨਹੀਂ ਹੋਣਾ ਚਾਹੀਦਾ ਬੱਸਾਂ ਸਾਫ਼ ਹੋਣੀਆਂ ਚਾਹੀਦੀਆਂ ਇਸੇ ਤਰ੍ਹਾਂ ਹੀ ਕਹਿੰਦੇ ਹਾਂ ਕਿ ਬਿਲਕੁਲ ਸਾਫ਼ ਚਾਹੀਦਾ ਸਾਨੂੰ ਕਾਨੂੰਨ ਨਹੀਂ ਚਾਹੀਦਾ ਬਿਲकुल मैं ਤੁਹਾਨੂੰ ਇਹ ਕਿਹਾ ਹੈ ਪਹਿਲਾਂ ਮੈਂ ਬਾਈਟ ਤੇ ਕਿਹਾ ਕਿ ਜਿਹੜੀ ਜਿੱਦ ਹੈ ਇਹ ਕਿਸੇ ਵੀ ਇਨਸਾਨ ਦੀ ਉਸਦੀ ਉਮਰ ਤੋਂ ਵੱਡੀ ਨਹੀਂ ਹੁੰਦੀ ਤੇ ਰਾਜਨੀਤਿਕ ਪਾਰਟੀ ਦੀ ਜਿਹੜੀ ਸਰਕਾਰ ਹੋਵੇ ਸੱਤਾ 'ਚ ਉਹਦੀ ਜਿਹੜੀ ਧਰਮ ਤੋਂ ਉੱਪਰ ਜਿੱਦ ਨਹੀਂ ਹੁੰਦੀ ਤੇ ਕੋਈ ਗੱਲ ਨਹੀਂ ਇਹਨਾਂ ਦੇ 5 ਸਾਲ ਪੂਰੇ ਹੋ ਜਾਣਗੇ ਇਹਨਾਂ ਦੀ ਜਿੱਦ ਖਤਮ ਹੋ ਜਾਏਗੀ ਜਦੋਂ ਕਿ ਸੱਤਾ ਇਹਨਾਂ ਦੀ ਖਤਮ ਹੋ ਜਾਏਗੀ ਸਾਹਿਬ ਬਹੁਤ ਵਧੀਆ ਬੀਜੇਪੀ ਨੂੰ ਆਇਆ ਕਹਿੰਦੇ ਅਸੀਂ ਸਾਡਾ ਟਿਕਟਾਂ ਲਵਾਂਗੇ
ਕਾਹਦੇ ਲਈ ਟਿਕਟਾਂ ਦੇਵਾਂਗੇ? ਕਿਸਾਨ ਇਹਨਾਂ ਤੋਂ ਟਿਕਟਾਂ ਕਾਹਦੇ ਲੈਣਗੇ? ਕਿਸਾਨ ਤਾਂ ਇਹਨਾਂ ਨੂੰ ਵੰਡ ਨਹੀਂ ਦੇਣਗੇ ਪਿੰਡਾਂ 'ਚ। ਟਿਕਟਾਂ ਦੀ ਗੱਲ ਤਾਂ ਦੂਰ ਦੀ ਰਹਿ ਗਈ। ਇਹਨਾਂ ਦੀ ਬੀਜੇਪੀ ਨੂੰ ਵੰਡ ਨਹੀਂ ਦੇਣਗੇ, ਉਹ ਹੋਰ ਵੀ ਟਿਕਟ ਲੈ ਲਵੇ। ਕਿਸਾਨ ਨੇ ਟਿਕਟ ਕਿਉਂ ਲੈਣੀ ਆ? ਕਿਸਾਨ ਦੀ ਟਿਕਟ ਇੱਕੋ ਹੀ ਹੈ ਜੇ ਦੇਣੀ ਚਾਹੁੰਦੇ ਨੇ। ਤਿੰਨੋਂ ਹੀ ਕਾਨੂੰਨ ਕਾਰਨ ਰਿਪੀਲ, ਐਮਐਸਪੀ ਦੇ ਗਾਰੰਟੀ ਦੇਣੇ ਤੋਂ ਵੱਡੀ ਕਿਸਾਨਾਂ ਦੀ ਟਿਕਟ ਕੋਈ ਨਹੀਂ। ਉਹ ਕਿਸਾਨ ਸਮਝਣਗੇ ਅਸੀਂ ਆਪਣੇ ਘਰ ਆਪਣਾ ਕਮਾਈ ਕਰਕੇ ਪ੍ਰਸ਼ਾਦਾ ਛਕੀਏ, ਅਸੀਂ ਇਹਨਾਂ ਨੇ ਟਿਕਟਾਂ ਕੁਛ ਨਹੀਂ ਲੈਣਾ। ਇਹ ਗੰਦ ਦਾ ਮਾਹੌਲ ਪੈਦਾ ਕੀਤਾ ਹੋਇਆ ਇਹਨਾਂ ਨੇ, ਇਹ ਤੋਂ ਦੂਰ ਰਹਿਣਾ ਚਾਹੁੰਦੇ। ਰਾਜ ਸਾਹਿਬ 1 ਮਿੰਟ ਦੇ ਵਿੱਚ ਸਾਰੇ ਅੱਜ ਤੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇ ਪ੍ਰੋਗਰਾਮ ਦੇ ਉੱਪਰ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਅੱਜ ਦਾ ਜਿਹੜਾ ਸੰਸਦ ਕੂਚ ਸੀ ਸਾਡਾ ਸਿੰਘੂ ਬਾਰਡਰ ਤੋਂ, ਆਲਰੇਡੀ ਸਰਕਾਰ ਨਾਲ ਡਿਸਕਸ ਹੋ ਗਈ ਸੀ ਵੀ ਅਸੀਂ ਸ਼ਾਂਤੀਪੂਰਵਕ ਜਾਣਾ ਹੈ। 200 ਸਾਡਾ ਕਿਸਾਨ ਜਾਣਾ ਹੈ, ਜਿੱਥੇ ਪੁਲਿਸ ਰੋਕੂਗੀ ਰੁਕ ਜਾਣਾ ਹੈ। ਫਿਰ ਭਾਈ ਸਾਨੂੰ ਜਾਣ ਜਾਵੇ, ਇਹਨਾਂ ਨੇ ਕਿਹਾ ਸੀ ਕਿ ਅਸੀਂ ਤੁਹਾਨੂੰ ਜੰਤਰ ਮੰਤਰ ਤੱਕ ਜਾਣ ਦੇਵਾਂਗੇ। ਪਰ ਅੱਜ ਸਾਜ਼ਿਸ਼ ਦੇ ਤਹਿਤ ਗੱਲ ਆਪਣੀ ਤੋਂ ਮੁੱਕਰਦੇ ਹੋਏ ਸਾਨੂੰ ਪਹਿਲਾਂ ਬੱਸਾਂ ਨੂੰ ਗੋਲ-ਗੋਲ ਉੱਥੇ ਘੁਮਾਇਆ ਗਲੀਆਂ ਦੇ ਵਿੱਚ, ਸਮਾਂ ਬਰਬਾਦ ਕੀਤਾ ਵੀ ਸੰਸਦ ਸ਼ੁਰੂ ਹੋਣ ਤੋਂ ਪਹਿਲਾਂ ਪਹੁੰਚ ਨਾ ਜਾਣ, ਸੰਸਦ ਸ਼ੁਰੂ ਹੋ ਜਾਵੇ ਫਿਰ ਪਹੁੰਚਣ। ਔਰ ਉਸ ਤੋਂ ਇਲਾਵਾ ਫਿਰ ਸਾਨੂੰ ਰਸਤੇ 'ਚ ਰੋਕ ਕੇ ਸਾਡੀਆਂ ਬੱਸਾਂ ਦੀ ਤਲਾਸ਼ੀ ਲਈ ਗਈ, ਜਿਵੇਂ ਇੱਕ ਤੇ ਦੂਸਰੇ ਮੁਲਕ ਤੋਂ ਆਏ ਨੇ। ਇਹਨਾਂ ਨੂੰ ਅੱਜ ਭੈ ਇਦਾਂ ਦਾ ਪੈਦਾ ਹੋ ਗਿਆ 200 ਕਿਸਾਨਾਂ ਤੋਂ ਕਿ 40,000 ਪੁਲਿਸ ਕਰਮੀ ਲਾਤਾ ਬਾਰਡਰ ਤੱਕ। ਇਹ ਹਾਲਾਤ ਨੇ ਇਸ ਸਰਕਾਰ ਦੇ ਵੀ ਇਹ ਸਰਕਾਰ ਆਪਣੇ ਦੇਸ਼ ਦੇ ਨਾਗਰਿਕਾਂ ਤੋਂ, ਤੇ ਇਹ ਦਿਨ ਦਾ ਮਤਲਬ ਨਹੀਂ ਚੰਗੇ ਕੰਮ ਨਹੀਂ ਨਾ ਕੀਤੇ ਕੋਈ, ਤਾਈਓ ਭੈਚ ਹੈ। ਜੇ ਚੰਗੇ ਕੰਮ ਕੀਤੇ ਹੋਣ ਤਾਂ ਲੋਕ ਇਹਨਾਂ ਦੇ ਫੁੱਲਾਂ ਦੇ ਹਾਰ ਪਾਉਣ। ਸੋ ਇਸ ਕਰਕੇ ਅੱਜ ਇਹ ਸੰਸਦ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਇਹ ਸੰਸਦ ਜਿਹੜੀ ਹੈ ਇਹ ਲਗਭਗ ਅਸੀਂ ਜਦੋਂ ਆ ਕੇ ਅਸੀਂ ਸੰਸਦ ਇੱਥੇ ਸਜਾ ਲਈ ਔਰ ਉਹ ਸੰਸਦ ਬੜੀ ਸਮੂਥਲੀ ਚਲਾਈ ਹੈ। ਇਹਦੇ ਵਿੱਚ ਸਪੀਕਰ, ਡਿਪਟੀ ਸਪੀਕਰ ਤੈਅ ਕੀਤੇ ਗਏ, ਜਿਸ ਮੈਂ ਵੀ ਡਿਪਟੀ ਸਪੀਕਰ ਬਣਿਆ ਅੱਜ। ਔਰ ਉਹਦੇ ਵਿੱਚ ਸਮੂਥਲੀ APMC ਜਿਹੜਾ ਸਾਡਾ ਅੱਜ ਦਾ ਪ੍ਰਸ਼ਨ ਸੀ ਉਹ ਤੇ ਬੜੀ ਵਧੀਆ ਤਰੀਕੇ ਦੇ ਨਾਲ ਸਾਰਿਆਂ ਕਿਸਾਨਾਂ ਨੇ ਜਵਾਬ ਦਿੱਤੇ। ਬਹੁਤ ਬਹੁਤ ਧੰਨਵਾਦ ਰਾਜ ਸਾਹਿਬ, ਥੈਂਕ ਯੂ। ਇੰਟਰਵਿਊ ਕਰਨੀ ਤੇਰੀ ਕੱਲ ਬਦਲ ਕੇ ਆਣਗੇ ਨਾ। ਬਲਵਿੰਦਰ ਸਿੰਘ ਔਲਖ ਜੀ ਨੇ ਸਾਡੇ ਨਾਲ। ਔਲਖ ਸਾਹਿਬ, ਅੱਜ ਦੇ ਸਾਰੇ ਪ੍ਰੋਗਰਾਮ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਅੱਜ ਦੇਖੋ ਜੀ, ਪਾਰਲੀਮੈਂਟ ਦੀ ਸੰਸਦ ਚੱਲਦੀ ਹੈ ਤੇ ਇੱਕ ਅੱਜ ਸਾਡੀ ਕਿਸਾਨਾਂ ਦੀ ਸੰਸਦ ਚੱਲੀ ਆ ਪਾਰਲੀਮੈਂਟ ਦੇ ਬਾਹਰ। ਫਰਕ ਇਹ ਆ ਵੀ ਪਾਰਲੀਮੈਂਟ 'ਚ ਸਿਰਫ ਝੂਠ ਵੱਜਦਾ, ਉੱਥੇ ਝੂਠ ਬੋਲ ਕੇ ਬਿੱਲ ਪਾਸ ਹੁੰਦੇ ਆ ਵੀ ਆ ਸਹੀ। ਪਰ ਇੱਥੇ ਅੱਜ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਤਾਰਿਆ ਗਿਆ ਵਾ। ਸਾਡੇ ਕਿਸਾਨ ਵੀਰਾਂ ਨੇ ਕੱਲੇ ਐਕਟ ਤੇ ਗੱਲ ਕੀਤੀ ਆ ਤੇ ਸਾਰੇ ਐਕਟਾਂ ਨੇ ਦੱਸਿਆ ਵੀ ਜਿਹੜੀਆਂ ਸਾਡੀਆਂ ਮੰਡੀਆਂ ਤੋੜਨੀਆਂ ਚਾਹੁੰਦੇ ਆ, ਜਿਹੜੀ ਸਾਡੇ ਤੋਂ ਕਿਸਾਨੀ ਖੋਣੀ ਚਾਹੁੰਦੇ ਆ, ਜਿਹੜੀ ਸਾਡੇ ਤੋਂ ਜ਼ਮੀਨ ਖੋਣੀ ਚਾਹੁੰਦੇ ਆ, ਉਹਦੇ ਉੱਤੇ ਸਾਰੀਆਂ ਅੱਜ ਵਾਰਤਾ ਹੋਈ ਆ। ਠੀਕ 12 ਵਜੇ ਤੋਂ ਲੈ ਕੇ 5 ਵਜੇ ਤੱਕ ਲਗਾਤਾਰ ਸੰਸਦ ਚੱਲਿਆ। ਸੰਸਦ ਦੇ ਵਿੱਚ ਕਿਸਾਨ ਸੰਸਦ ਚੱਲਿਆ, ਉਹਦੇ ਵਿੱਚ ਬਹੁਤ ਵਧੀਆ ਗੱਲਾਂ ਹੋਈਆਂ ਵਾ। ਇਹ ਕਰਕੇ ਜਿਹੜੀ ਸਰਕਾਰ ਦਾ ਸੰਸਦ ਵਾ ਉਹਨੂੰ ਝੂਠਾ ਸਾਬਤ ਕੀਤਾ ਗਿਆ ਅੱਜ। ਤੇ ਉੱਥੇ ਸਿਰਫ ਤੇ ਸਿਰਫ ਝੂਠ ਬੋਲਣ ਵਾਲੇ ਆ। ਜਿਹੜੇ ਵੀ ਉੱਥੇ ਵਿਰੋਧੀ ਧਿਰ ਦੇ MP ਬਹਿੰਦੇ ਆ ਜਾਂ ਪਾਰਟੀ ਦੇ MP ਬਹਿੰਦੇ, ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਇਹ ਕਾਨੂੰਨਾਂ ਤੇ ਬੋਲੋ ਤੇ ਸੱਚ ਬੋਲੋ। ਇਹਨਾਂ ਨੂੰ ਰਿਪੀਲ ਕਰਾਓ। ਇਹ ਰਿਪੀਲ ਕਰਾਓਗੇ ਤਾਂ ਤੁਹਾਡੀ ਸਰਕਾਰ ਦੀ ਖਲਾਸੀ ਹੋਣੀ ਆ, ਉਹਨਾਂ ਚਿਰ ਨਹੀਂ ਖਲਾਸੀ ਹੋਊਗੀ। ਬਹੁਤ ਬਹੁਤ ਧੰਨਵਾਦ। ਇਹ ਸਨ ਸਾਡੇ ਨਾਲ ਬਲਵਿੰਦਰ ਸਿੰਘ ਔਲਖ ਜੀ। ਹੁਣ ਮੈਂ ਗੱਲ ਕਰੂੰਗਾ, ਸਾਡੇ ਨਾਲ ਨੇ ਹਰਿਆਣੇ ਤੋਂ ਵਿਕਾਸ ਸੀਸਰ ਜੀ। सीसर साहब, आप आज सारे दिन के कार्यक्रम को कैसे देख रहे हैं और क्या कहना चाहते हैं इसके ऊपर? देखिए, मेरे 2 नजरिए हैं इस कार्यक्रम को देखने के। एक नजरिया तो ये है जो किसान मोर्चे की वो बिल्कुल सक्सेसफुल हुई है। जिस प्रकार से हमने कहा था कि शांतिपूर्ण तरीके से जाएंगे, हमने शांतिपूर्ण तरीके से चलाया है और शांतिपूर्ण तरीके से पैरेलल संसद, यहाँ देश की संसद के पैरेलल संसद चली है। और दूसरा नजरिया ये है जिस तरीके से हमें यहाँ लाया गया है बसों के अंदर बैठ के, और जहाँ जो पीछे और जो रास्ते में जिस प्रकार से बहुत
मैं ये कहना चाहूंगा कि ये संसद चली है, हमने देश की संसद को संदेश दिया कि अभी हम संसद के बाद रोड के ऊपर बैठे अपने अधिकारों की लड़ाई लड़ रहे हैं। अगर आपने हमारी बात को नहीं सुना तो आने वाले समय में ऐसा ना हो कि आप सड़क के ऊपर हो, जो सड़क के ऊपर जो लोग बैठे हैं वो संसद के ऊपर हो। और ये जो संसद चली है आज सारा दिन, उस संसद में केवल कानून वापसी की ही बात नहीं हुई। जिस प्रकार से देश की संसद में हर विषय के ऊपर बातचीत हुई है, यहाँ हर विषय के ऊपर बातचीत हुई है, यहाँ संविधान को बचाने की बातचीत हुई है, या लोकतंत्र को बचाने की बातचीत हुई है, या शिक्षा के ऊपर बातचीत हुई है, स्वास्थ्य के ऊपर बातचीत हुई है, यहाँ कानून व्यवस्था के ऊपर बातचीत हुई है। यहाँ मुझे ऐसा लगा कि जैसे जो संसद के अंदर बैठे जो सांसद हैं उनके पास अगर हमारे किसान नेताओं की आधी भी बुद्धि हो तो मैं समझता हूं कि देश जो है 4 गुना विकास कर सकता है। इस देश का किसान और मजदूर खुशहाल रह सकता है। उसके बावजूद भी मैं अपील करना चाहूंगा मेरे हरियाणा और पंजाब के किसान साथियों से, विशेषकर क्योंकि मेरा इलाका हरियाणा पंजाब से लगता है। साथियों, जोर लगाओ, बहुत ज्यादा जोर लगाने की आपको आवश्यकता है। धरनों के ऊपर संख्या बढ़ाओ। यहाँ 200 की बजाय 2 लाख के साथ जिस दिन संसद के अंदर आएंगे उस दिन मुझे लगता है कि कोई समाधान हमें मिलेगा, कोई न कोई सरकार को झुकाने का कार्य हम करेंगे। और तब तक ये संसद चलती रहेगी। ऐसे ही हम 200 लगातार यहाँ आते रहेंगे, अपनी आवाज उठाते रहेंगे, अपनी बात को मीडिया के माध्यम से उठाते रहेंगे, लेकिन हमें और ज्यादा जोर लगाने की जरूरत है। जय जवान जय